ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਦਾਟ ਟੀਵੀ NRI ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ। ਜੋ ਇਸ ਸਮੇਂ ਮਾਹੌਲ ਹੈ ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਦਾ ਜੋ ਕਹਿਰ ਹੈ ਉਹ ਹਰ ਪਾਸੇ ਛਾਇਆ ਹੋਇਆ ਹੈ ਤੇ ਪੂਰੀ ਦੁਨੀਆ ਡਰੀ ਪਈ ਹੈ। ਲੋਕਡਾਊਨ ਨੂੰ ਲੈ ਕੇ ਵੀ ਅਸੀਂ ਚਰਚਾ ਦੇ ਵਿੱਚ ਹਾਂ, ਅਸੀਂ ਪੈਨਲ ਬਿਠਾ ਰਹੇ ਹਾਂ, ਅਸੀਂ ਡਿਸਕਸ਼ਨ ਕਰ ਰਹੇ ਹਾਂ ਲੋਕਡਾਊਨ ਨੂੰ ਓਪਨ। ਸੋ ਇੱਕ ਕੇਸ ਹੋਇਆ ਸੀ, ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਪਟਿਆਲਾ ਦਾ ਕੇਸ, ਜਿਸ ਦੇ ਵਿੱਚ ਨਿਹੰਗਾਂ ਦੇ ਵੱਲੋਂ ਜੋ ਹੈ ਪੁਲਿਸ ਕਰਮਚਾਰੀ ਦਾ ਨਾਮ ਹਰਜੀਤ ਸਿੰਘ ਸੀ, ਉਹਨਾਂ ਦੀ ਕੁੱਟ ਵੱਢ ਦਿੱਤੀ ਗਈ ਸੀ। ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਵਾਰ ਜੋ ਮਾਮਲਾ ਹੈ ਉਹ ਹੋ ਗਿਆ ਹੈ। ਸਾਰੇ ਪਾਸੇ ਇੱਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਨਿਹੰਗ ਸਿੰਘਾਂ ਨੂੰ ਜੋ ਹੈ ਨੰਗੇ ਸਿਰ ਕੋਰਟ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਮੁੱਦੇ ਨੂੰ ਚੱਕਿਆ ਹੈ ਪੰਡਿਤ ਰਾਓ ਧਨੇਰਵਰ ਨੇ। ਸੋ ਉਹ ਵੀ ਸਾਡੇ ਨਾਲ ਹੈਗੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਪੈਨਲ ਬੈਠਾ ਹੈ, ਇਸ ਤੇ ਡਿਸਕਸ਼ਨ ਕਰੇਗਾ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂਗੀ ਪੰਡਿਤ ਰਾਓ ਜੀ ਦਾ। ਸੋ ਪੰਡਿਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ, ਮਿਹਰਬਾਨੀ ਜੀ। ਸੋ ਮੇਰੇ ਨਾਲ ਮੌਜੂਦ ਨੇ ਇਸ ਸ਼ੋਅ ਦੇ ਵਿੱਚ ਕਮਲਜੀਤ ਸਿੰਘ ਜੀ, ਜੋ ਹਿਊਮਨ ਰਾਈਟ ਪ੍ਰੈਸ ਕਲੱਬ ਦੇ ਵਾਈਸ ਪ੍ਰੈਜ਼ੀਡੈਂਟ ਨੇ। ਸੋ ਕਮਲ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਦੇ ਨਾਲ ਹੀ ਮੈਂ ਸਵਾਗਤ ਕਰਾਂਗੀ ਗੁਰਪਾਲ ਜੀ ਦਾ, ਜੋ ਸਿੱਖ ਚਿੰਤਕ ਨੇ, ਇਹ ਵੀ ਸਾਡੇ ਸ਼ੋਅ ਦਾ ਹਿੱਸਾ ਨੇ। ਸੋ ਗੁਰਪਾਲ ਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਨੂੰ ਬਹੁਤ ਬਹੁਤ ਧੰਨਵਾਦ ਜੀ। ਜੀ, ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਹੋਏਗਾ ਉਹ ਪੰਡਿਤ ਰਾਓ ਜੀ ਤੋਂ ਹੋਏਗਾ। ਪੰਡਿਤ ਰਾਓ ਜੀ, ਤੁਸੀਂ ਸਿੱਖ ਫੈਮਿਲੀ ਦੇ ਨਾਲ ਬਿਲੋਂਗ ਨਹੀਂ ਕਰਦੇ ਹੋ, ਹਨਾ, ਪਰ ਸਿੱਖਾਂ ਦੇ ਲਈ ਇੰਨੀ ਜ਼ਿਆਦਾ ਚਿੰਤਾ, ਇਹ ਜੋ ਸਾਰਾ ਮਾਮਲਾ ਇੱਕ ਵਾਰ ਜ਼ਰੂਰ ਸਮਝਾਓ ਕਿ ਤੁਹਾਨੂੰ ਕੀ ਲੋੜ ਪਈ ਹੈ ਕਿ ਤੁਸੀਂ ਘੱਟ ਗਿਣਤੀ ਕਮਿਸ਼ਨ ਨੂੰ ਹੁਣ ਚਿੱਠੀ ਲਿਖੀ ਹੈ ਅਤੇ ਨਿਹੰਗਾਂ ਦੇ ਨਾਲ ਖੜੇ ਹੋ। ਕੀ ਤੁਹਾਨੂੰ ਲੱਗਾ ਜਿਹਾ? ਜੀ, ਸਭ ਤੋਂ ਪਹਿਲਾਂ ਮੈਂ ਪਵਿੱਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਵਣਕਮ। ਇਹ ਸਿੱਖ ਦੇ ਬਾਰੇ ਨਹੀਂ ਹੈ, ਇਹ ਇਨਸਾਨੀਅਤ ਦੀ ਕਦਮ ਮੈਂ ਮੰਨਦਾ ਹੈ। ਕਿਉਂਕਿ ਇਤਿਹਾਸ ਦੇ ਪੰਨੇ ਵਿੱਚ ਤੁਸੀਂ ਜੇਕਰ ਪੜੋਗੇ, ਦਸਤਾਰ ਦੀ ਬਹੁਤ ਵੱਡੀ ਅਹਿਮਤ ਹੈ, ਪੱਗ ਦੀ ਇਤਿਹਾਸ ਹੈ। ਇਸ ਇਤਿਹਾਸ ਨੂੰ सम्मान ਕਰਨ ਦੀ ਲੋੜ ਹੈ। ਮੈਂ ਭਾਵੇਂ ਕਰਨਾਟਕ ਤੋਂ ਹਾਂ, ਪਰ ਫਿਲਹਾਲ ਮੈਂ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵਸਦਾ ਏ। ਰੋਜ਼ ਮੈਂ ਪੰਜਾਬ ਦੀ ਰੋਟੀ ਖਾਦਾ ਏ, ਰੋਜ਼ ਮੈਂ ਪੰਜਾਬ ਦੀ ਪਾਣੀ ਪੀਂਦਾ ਏ। ਇਸ ਤੋਂ ਬਾਵਜੂਦ ਵੀ ਜੇਕਰ ਪੰਜਾਬੀ ਲੋਕਾਂ ਦੀ ਬੇਇੱਜ਼ਤੀ ਹੁੰਦਾ ਏ, ਮੈਂ ਚੁੱਪ ਨਹੀਂ ਬੈਠ ਸਕਦਾ ਏ। ਉਹਨਾਂ ਲੋਕਾਂ ਲਈ, ਉਹਨਾਂ ਦੇ ਹੱਕ ਲਈ ਲੜਨਾ ਮੇਰਾ ਕੰਮ ਹੈ। ਮੈਂ ਇਤਿਹਾਸ ਪੜ੍ਹ ਚੁੱਕਿਆ ਹੈ। मैं बाबा बंदा सिंह बहादुर दी बहादुरपन दी इतिहास पढ़ के बहुत प्रभावित होया है। मैं भाई मणि सिंह दी एक एक इतिहास दी पन्ने दी एक एक शब्द पढ़ के मैं भाई तारू सिंह दी एक एक अक्षर पढ़ के इन्नी प्रभावित होया कि उस दस्तार दी बेइज्जती मैं बर्दाश्त नहीं कर सकता है। मैं बहुत दुखी होया जद कुछ निहंग सिख नूं नंगे सिर ते इस तो देख के मैं मन बहुत दुखी होया। मैं बैठ के खत लिखिया, एक लिख के इस दे विच ये लिखिया माइनॉरिटी कमीशन पंजाब नूं कि इन्हां नूं दस्तार दी सम्मान किया जावे, इन्हां दी दस्तार दी बंदोबस्त किया जावे। अगली सुनवाई दौरान इन्हां दी दस्तार बंद के ही बाहर लेके आ जावे, नहीं तो मैं केस आगे लेके जावांगा। जी ਜੀ ਜੀ। ਗੁਰਪਾਲ ਜੀ, ਇਹ ਜਿਹੜਾ ਮਸਲਾ ਹੈ, ਇਹ ਜਿਹੜਾ ਨਿਹੰਗਾਂ ਨੂੰ ਕੋਰਟ ਦੇ ਵਿੱਚ ਲਿਜਾਇਆ ਗਿਆ, ਇਹ ਕਾਫੀ ਦਿਨ ਪਹਿਲਾਂ ਦੀ ਗੱਲ ਹੈ, ਹਨਾ। ਸੋ ਇਸਦੇ ਉੱਪਰ ਜੋ ਪੰਡਿਤ ਰਾਓ ਜੀ ਨੇ, ਇਹਨਾਂ ਨੇ ਆਪਣਾ ਜੋ ਹੈ ਇੱਕ ਕਦਮ ਰੱਖਿਆ ਹੈ ਅਤੇ ਇਹਨਾਂ ਨੇ ਚਿੱਠੀ ਪੱਤਰ ਲਿਖੀ ਹੈ। ਤੁਸੀਂ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਕਹਿੰਦੇ ਹੋ, ਸਿੱਖ ਚਿੰਤਕ ਕਹਿੰਦੇ ਹੋ। ਸੋ ਇਹ ਮਾਮਲਾ ਤੁਹਾਨੂੰ ਨਹੀਂ ਲੱਗਾ ਕਿ ਤੁਹਾਨੂੰ ਵੀ ਚੁੱਕਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਤਾਂ ਮੈਂ ਪੰਡਿਤ ਜੀ ਦਾ ਧੰਨਵਾਦ ਕਰਦਾ ਵੀ ਐਡੀ ਦੂਰ ਆਣ ਕੇ ਕਿਸੇ ਉਸ ਜਗ੍ਹਾ ਲਈ, ਉਸ ਭਾਸ਼ਾ ਲਈ ਲੜਨਾ ਔਖਾ ਕੰਮ ਹੈ, ਪਰ ਉਹ ਵਧਾਈ ਦੇ ਪਾਤਰ ਨੇ, ਉਹ ਲੜ ਰਹੇ ਨੇ। ਦੇਖੋ, ਜਿਹੜਾ ਗੱਲ ਇਹ ਆ ਵੀ ਇਹ ਨਹੀਂ ਗਾ ਵੀ ਅਸੀਂ ਲੜ ਨਹੀਂ ਰਹੇ। ਗੱਲ ਇਹ ਆ ਵੀ ਅਸੀਂ ਲੜ ਉੱਥੇ ਰਹੇ ਹਾਂ ਜਿੱਥੇ ਲੜਨ ਦੀ ਇਸ ਵੇਲੇ ਜ਼ਰੂਰਤ ਆ। ਜੋ ਵੀ ਉਸ ਦਿਨ 13 ਤਰੀਕ ਨੂੰ ਇਹ ਘਟਨਾਕ੍ਰਮ ਵਾਪਰਦਾ ਹੈ, ਇਹ ਘਟਨਾ ਸਾਡੇ ਨਾਲ ਅੱਜ ਨਹੀਂ ਹੋਈ। ਇਹ ਘਟਨਾ ਜਾਂ ਤੇ ਹੁੰਦਾ ਨਾ ਵੀ ਨਵੀਂ ਹੋਈ ਹੈ, ਇਹ ਨਵੀਂ ਨਹੀਂ ਹੋ ਰਹੀ।
ਇਹ 1978 ਤੋਂ ਲਗਾਤਾਰ, ਉਸ ਤੋਂ ਪਹਿਲਾਂ ਪੰਜਾਬੀ ਸੂਬਾ ਮੋਰਚਾ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਡੇ ਜਿੱਦਾਂ ਇੱਕ ਆਮ ਘਟਨਾ ਹੋ ਚੁੱਕੀ ਆ ਸਾਡੇ ਵਾਸਤੇ। ਕਾਰਨ ਇਹ ਆ ਵੀ ਸਾਨੂੰ ਇੱਥੇ ਦੂਜੇ ਨੰਬਰ ਦੇ ਸ਼ਹਿਰੀ ਮੰਨਿਆ ਜਾਂਦਾ। ਸਾਡੀ ਕੋਈ ਵੀ ਕੀਤੀ ਗੱਲ ਇੱਕ ਅੱਤਵਾਦੀ ਕਾਰਵਾਈ ਹੁੰਦੀ। ਕੋਈ ਇੱਥੇ ਇਹ ਨਹੀਂ ਵੀ ਦੇਸ਼ ਦਾ ਵਸਨੀਕ। ਹੁਣ ਪੰਡਤ ਜੀ ਨੇ ਇੱਕ ਮੁੱਦਾ ਚੁੱਕਿਆ ਨਾ, ਮੈਂ ਚਲੋ ਸ਼ੁਕਰਗੁਜ਼ਾਰ ਇਹਨਾਂ ਦਾ, ਇਹਨਾਂ ਨੇ ਕੀਤਾ। ਸਾਡਾ ਕਿਹਾ ਇੱਥੇ ਇਸ ਮੁਲਕ ਦਾ ਜੋ ਕਾਨੂੰਨ ਆ ਉਹ ਨਹੀਂ ਮੰਨਦਾ। ਤੁਹਾਡੇ ਸਾਹਮਣੇ ਘਟਨਾ ਇੱਕ ਕੱਲ ਵਾਪਰੀ ਆ ਜਲੰਧਰ ਵਿਖੇ। ਇੱਕ ਲੜਕੇ ਵੱਲੋਂ ਇੱਕ ASI ਨੂੰ ਗੱਡੀ ਦੇ ਬੋਨਟ ਦੇ ਉੱਤੇ ਧੂਕੇ ਲੈ ਕੇ ਜਾਣਾ। ਤੁਸੀਂ ਦੱਸੋ ਵੀ ਕਿੰਨੇ ਕੁ ਚੈਨਲਾਂ ਨੇ ਇਹਨੂੰ ਮੇਜਰ ਹੈਡਲਾਈਨ ਬਣਾ ਕੇ ਚਲਾਇਆ। ਨਿਹੰਗਾਂ ਦੀ ਜੋ ਵੀ ਕਾਰਵਾਈ ਉਸ ਦਿਨ ਹੋਈ ਆ ਉਹ ਇੱਕ ਜਾਂਚ ਦਾ ਵਿਸ਼ਾ, ਕਿਉਂਕਿ ਅੱਜ ਸਾਡੇ ਸਿਰਾਂ ਤੋਂ ਦਸਤਾਰ ਲਾ ਕੇ ਅਦਾਲਤਾਂ 'ਚ ਪੇਸ਼ ਕੀਤਾ ਜਾ ਰਿਹਾ। ਇੱਥੋਂ ਤੱਕ ਤੁਹਾਡੇ ਇੱਕ ਇਸੇ ਨਾਲ ਵੀਡੀਓ ਹੋਰ ਵਾਇਰਲ ਹੋਈ ਵੀ 3 ਗੁਰਸਿੱਖਾਂ ਨੂੰ 2 ਸਕੇ ਪਿਓ ਪੁੱਤ ਸੀ, ਉਹਨਾਂ ਨੂੰ ਅਲਫ ਨੰਗਿਆ ਕਰਕੇ ਥਾਣੇ ਦੇ ਵਿੱਚ ਵੀਡੀਓ ਬਣਾਈ ਜਾ ਰਹੀ ਹੈ। ਇੱਥੇ ਪੁੱਤਾਂ ਦੇ ਸਾਹਮਣੇ ਮਾਂ ਨੂੰ ਨੰਗਿਆ ਕੀਤਾ ਗਿਆ, ਪਿਓ ਦੇ ਸਾਹਮਣੇ ਧੀ ਨੂੰ ਨੰਗਿਆ ਕੀਤਾ ਗਿਆ। ਇਹ ਲੜਾਈ ਤਾਂ ਅਸੀਂ 1984 ਤੋਂ ਬਾਅਦ 1978 ਤੋਂ ਬਾਅਦ ਲਗਾਤਾਰ ਲੜਦੇ ਆ ਰਹੇ, ਪਰ ਸਾਡੀ ਇਸ ਮੁਲਕ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ। ਮੈਂ ਪੰਡਤ ਜੀ ਨੂੰ ਕਰਾਂਗਾ ਵੀ ਉਹ ਤਗੜੇ ਹੋ ਕੇ ਦੇਖੋ। ਅੱਜ ਅਸੀਂ ਇੱਥੇ ਬੈਠੇ ਆ ਨਾ 4 ਜਣੇ, ਇਹ ਡਿਬੇਟ ਨਹੀਂ ਗੀ, ਇਹ ਸਵਾਲ ਜਵਾਬ ਇੱਕ ਦੂਜੇ ਤੇ ਦੂਸ਼ਣਬਾਜ਼ੀ ਨਹੀਂ ਗੀ। ਇੱਥੇ ਇਹ ਆ ਵੀ ਅਗਰ ਕੋਈ ਵੀ ਸਾਡੇ ਵਿੱਚੋਂ ਕੋਈ ਕੰਮ ਕਰ ਰਿਹਾ ਹੈ ਕਿਸੇ ਵੀ ਪ੍ਰਕਾਰ ਦਾ, ਤੇ ਬਾਕੀ ਤਿੰਨਾਂ ਦਾ ਫਰਜ਼ ਵਾ ਸਾਡਾ ਵੀ ਅਸੀਂ ਉਸਦਾ ਸਾਥ ਦੇਣਾ। ਅਗਰ ਪੰਡਤ ਜੀ ਤੁਰੇ ਨੇ, ਕਿਸੇ ਚਾਹੇ ਮੈਨ ਪਾਵਰ ਦੀ ਜ਼ਰੂਰਤ ਆ, ਚਾਹੇ ਕਿਸੇ ਵੀ ਪ੍ਰਕਾਰ ਦੀ ਜ਼ਰੂਰਤ ਆ, ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਪਰ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਨੂੰ ਬਹੁਤੀ ਇਸ ਸਿਸਟਮ ਤੋਂ ਉਮੀਦ ਨਹੀਂ ਹੈ। ਸਾਡੀ ਲੜਾਈ ਧਾਰਮਿਕ ਆ। ਅਸੀਂ ਚਾਹੁੰਦੇ ਹਾਂ ਵੀ ਸਾਡੀ ਜੋ ਮੁੱਢਲੀ ਸੰਸਥਾ SGPC ਹੈ ਉਹ ਇਸ ਦੇ ਉੱਤੇ ਐਕਸ਼ਨ ਲੈਣਾ ਸਭ ਤੋਂ ਪਹਿਲਾਂ ਉਸਦਾ ਫਰਜ਼ ਬਣਦਾ ਸੀ। ਵੀ ਇੱਕ ਗੁਰਸਿੱਖ ਬੇਸ਼ੱਕ ਉਹਦੀ ਗਲਤੀ ਹੈ ਜਾਂ ਨਹੀਂ ਹੈ, ਇਹ ਅਲੱਗ ਮੈਟਰ ਆ, ਕਿਉਂਕਿ ਜਾਂਚ ਦਾ ਵਿਸ਼ਾ ਵੀ ਉਹਨਾਂ ਨੂੰ ਕੀ ਮਜਬੂਰ ਹੋਣਾ ਪਿਆ ਕਿ ਉਹਨਾਂ ਨੇ ਹਥਿਆਰ। ਉਸ ਤੋਂ ਬਾਅਦ ਪੁਲਿਸ ਘੇਰਾ ਪਾ ਕੇ ਉਹਨਾਂ ਨੂੰ ਉੱਥੋਂ ਕੱਢ ਕੇ ਲਿਆਉਂਦੀ ਆ। 4 ਜਣਿਆਂ ਦੀ ਗਲਤੀ ਦੀ ਸਜ਼ਾ 11 ਜਣਿਆਂ ਨੂੰ ਨਾਲ ਹੋਰ ਮਿਲਦੀ ਆ। ਉਹ ਕਿਹੜੇ ਕਾਨੂੰਨ ਤਹਿਤ ਹੋਈ ਆ? ਇਹ ਚੀਜ਼ਾਂ ਹੁਣ ਮੈਂ ਕੀ ਕਹਾਂ, ਇੱਥੇ ਕਹਿ ਸਕਦਾ ਵਾਂ ਵੀ ਸਾਨੂੰ ਲਾਮਬੱਧ ਹੋਣਾ ਪੈਣਾ। ਅਸੀਂ ਵੰਡੇ ਪਏ ਆ। ਪੰਡਤ ਜੀ ਇੱਕ ਹਿੰਦੂ ਪਰਿਵਾਰ ਤੋਂ ਹੋ ਕੇ ਇਹਨਾਂ ਨੂੰ ਇਹ ਬੈਨੀਫਿਟ ਮਿਲਣਾ, ਇਹ ਤੁਸੀਂ ਬੇਸ਼ੱਕ ਔਨ ਰਿਕਾਰਡ ਨੋਟ ਕਰਿਓ। ਇਹਨਾਂ ਨੂੰ ਉਹ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਜੋ ਐਜ ਏ ਸਿੱਖ ਕਰਨਾ ਪੈਂਦਾ ਜੀ। ਗੁਰਪਾਲ ਜੀ, ਮੈਂ ਤੁਹਾਡੇ ਕੋਲ ਵਾਪਸ ਆਉਂਗੀ। ਕਮਲ ਜੀ, ਮੈਂ ਤੁਹਾਡੇ ਕੋਲ ਜਾਨਣਾ ਚਾਹੂੰਗੀ ਕਿ ਇਹ ਜਿਹੜਾ ਨਿਹੰਗਾਂ ਵੱਲੋਂ ਹੈ ਜੋ ਗੁੱਟ ਵੱਢਿਆ ਗਿਆ ਹਰਜੀਤ ਸਿੰਘ ਦਾ, ਠੀਕ ਹੈ, ਉਸ ਤੋਂ ਬਾਅਦ ਜੋ ਨਿਹੰਗਾਂ ਨੂੰ ਹੈ ਉਹਨਾਂ ਦੇ 11 ਫੈਮਿਲੀ ਨੂੰ ਜੋ ਹੈ ਗ੍ਰਿਫਤਾਰ ਕੀਤਾ ਗਿਆ, ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਨੰਗੇ ਸਿਰ ਜੋ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਵਧੀਆ ਸਵਾਲ ਹੈ ਪ੍ਰਿਆ ਜੀ। ਪੰਡਿਤ ਰਾਓ ਜੀ ਨੇ ਬਹੁਤ ਵਧੀਆ ਤਰੀਕੇ ਨਾਲ, ਅਸੀਂ ਪਹਿਲੀ ਗੱਲ ਤਾਂ ਇਹਨਾਂ ਦੇ ਇਸ ਜਜ਼ਬੇ ਨੂੰ ਸਲੂਟ ਕਰਦੇ ਹਾਂ ਕਿ ਦੇਖੋ ਹਰ ਬੰਦਾ ਆਪਣੇ ਧਰਮ ਲਈ ਲੜਦਾ, ਪਰ ਇੱਕ ਗੈਰ ਧਰਮ ਦੇ ਵਿੱਚੋਂ ਹੁੰਦਿਆਂ, ਗੈਰ ਪੰਜਾਬੀ ਸਟੇਟ ਹੁੰਦਿਆਂ ਹੋਇਆਂ ਪੰਜਾਬੀ ਲਈ ਲੜਦੇ ਨੇ ਐਂਡ ਪੰਜਾਬੀਅਤ ਲਈ ਲੜ ਰਹੇ ਨੇ। ਐਂਡ ਪੰਜਾਬੀ ਗਾਣਿਆਂ ਦੇ ਵਿੱਚ ਜਿਹੜੀ ਲਚਰਤਾ ਹੁੰਦੀ ਹੈ ਉਹਨੂੰ ਲੈ ਕੇ ਵੀ ਬਹੁਤ ਵਾਰੀ ਕੇਸ ਕੀਤੇ ਨੇ ਇਹਨਾਂ ਨੇ। ਐਂਡ ਅਸੀਂ ਕਹਿੰਦੇ ਵੀ ਇੱਕ ਜਜ਼ਬਾ ਆ ਉਹਨਾਂ ਦਾ ਪੰਜਾਬੀ ਲਈ। ਐਂਡ ਈਵਨ ਦੈਨ ਮੈਂ ਇੱਥੇ ਵੀ ਜ਼ਰੂਰ ਦਰਸਾਉਣਾ ਚਾਹੂੰਗਾ ਕਿ ਜਦੋਂ ਸਾਡੇ ਸਟੇਟ ਕਾਂਗਰਸ ਦੇ ਵਿੱਚ ਦੀ ਸਰਕਾਰ ਬਣੀ ਤੇ ਉਸ ਟਾਈਮ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਸੀਗੇ ਅਰੁਣਾ ਚੌਧਰੀ ਜੀ, ਜਦੋਂ ਉਹਨਾਂ ਨੇ ਇੰਗਲਿਸ਼ ਦੇ ਵਿੱਚ ਆਪਣੀ ਸਹੁੰ ਚੁੱਕੀ ਸੀ ਤੇ ਉਸ ਟਾਈਮ ਪੰਡਿਤ ਰਾਓ ਜੀ ਨੇ ਕਿਹਾ ਸੀਗਾ ਕਿ ਮੈਂ ਮੁਫਤ ਦੇ ਵਿੱਚ ਉਹਨਾਂ ਨੂੰ ਪੰਜਾਬੀ ਸਿਖਾਵਾਂਗਾ, ਕਿਉਂਕਿ ਪੰਜਾਬ 'ਚ ਰਹਿ ਕੇ ਜੇ ਸਿੱਖਿਆ ਮੰਤਰੀ ਹੀ ਪੰਜਾਬੀ 'ਚ ਆਪਣੀ ਮਾਂ ਬੋਲੀ 'ਚ ਨਹੀਂ ਬੋਲ ਸਕਦੇ ਤੇ ਪੰਜਾਬ ਨੂੰ ਉਹ ਕਿੱਦਾਂ ਪੰਜਾਬੀਅਤ ਨੂੰ ਅੱਗੇ ਕਿੱਦਾਂ ਜਿਹੜਾ ਹੋਰ ਅੱਗੇ ਲੈ ਕੇ ਜਾ ਸਕਦੇ ਨੇ। ਸੋ ਇੱਥੇ ਜਿਹੜਾ ਤੁਸੀਂ ਸਵਾਲ ਕੀਤਾ ਵਾ, ਜਿਹੜੇ ਨਿਹੰਗ ਸਿੰਘਾਂ ਵੱਲੋਂ ਜੋ ਵੀ ਉਹ ਘਟਨਾਕ੍ਰਮ ਵਾਪਰਿਆ ਪਟਿਆਲਾ ਦੇ ਵਿੱਚ, ਉਹ ਅਸੀਂ ਕਹਿੰਦੇ ਹਾਂ ਨਿੰਦਣੀਏ ਆ। ਇੱਕ ਅਸੀਂ ਇੱਕ ਇੰਡੀਵਿਜੂਅਲ ਦੇਖੀਏ ਤੇ ਉਹ ਐਕਟ ਜਿਹੜਾ ਸੀਗਾ ਉਹ ਇੱਕ ਗਲਤ ਐਕਟ ਸੀਗਾ। ਆਪਾਂ ਕਹਿੰਦੇ ਕ੍ਰਾਈਮ ਵੱਲ ਵਾਧਾ ਹੋਇਆ ਇੱਕ ਕਦਮ ਸੀ। ਪਰ ਸਭ ਤੋਂ ਪਹਿਲੀ ਗੱਲ ਇੱਥੇ ਦੇਖਣ ਦੀ ਲੋੜ ਹੈਗੀ ਆ ਕਿ ਉਹ ਕਿਉਂ ਹੋਇਆ, ਕੀ ਰੀਜ਼ਨ ਸੀ, ਉਹਦੇ ਫੈਕਟ ਐਂਡ ਫਾਈਂਡਸ ਜਾਣਨ ਦੀ ਲੋੜ ਹੈ। ਉਹ ਅਦਾਲਤ ਦਾ ਵਿਸ਼ਾ ਹੈ, ਉਹ ਪੁਲਿਸ ਦਾ ਵਿਸ਼ਾ ਹੈ, ਠੀਕ ਹੈ, ਉਹਦੇ ਵਿੱਚ ਅਸੀਂ ਨਹੀਂ ਪਵਾਂਗੇ। ਹਾਂ, ਅਸੀਂ ਇਹ ਮੰਨਦੇ ਹਾਂ ਵੀ ਉਹ ਜਿਹੜਾ ਇੱਕ ਪੁਲਿਸ ਪ੍ਰਸ਼ਾਸਨ ਦਾ ਜਿਹੜਾ ASI ਸੀਗਾ ਮੌਕੇ ਤੇ ਡਿਊਟੀ ਤੇ ਤਾਇਨਾਤ ਸੀਗਾ, ਡਿਊਟੀ ਦੇ ਉੱਤੇ ਵਰਦੀਧਾਰੀ ਬੰਦੇ ਦੇ ਉੱਤੇ ਜਿਹੜਾ ਉਹ ਕੋਈ ਵੀ ਅਟੈਕ ਕਰਨਾ ਅਸੀਂ ਮੰਨਦੇ ਹਾਂ ਵੀ ਉਹ ਗਲਤ ਹੈ, ਉਹ ਇੱਕ ਕ੍ਰਾਈਮ ਹੈ, ਠੀਕ ਹੈ। ਕ੍ਰਾਈਮ ਨੂੰ ਕ੍ਰਾਈਮ ਹੀ ਕਹਾਂਗੇ, ਚਾਹੇ ਮੈਂ ਵੀ ਕਰਾਂ ਤਾਂ ਮੈਂ ਵੀ ਉਸ ਚੀਜ਼ ਨੂੰ ਗੱਲ ਕਰਾਂਗਾ। ਬਟ ਓਵਰਆਲ ਅਸੀਂ ਜੇ ਦੇਖੀਏ ਤਾਂ ਉਸ ਤੋਂ ਬਾਅਦ ਦੀ ਵਿੱਚ ਜਿਹੜੀ ਘਟਨਾਕ੍ਰਮ ਵਾਪਰੀ ਹੈ ਜਿਹਨੂੰ ਲੈ ਕੇ ਪੰਡਿਤ ਰਾਓ ਜੀ ਨੇ ਆਪਣਾ ਕਦਮ ਵਧਾਇਆ ਵਾ, ਮਾਈਨੋਰਟੀ ਕਮਿਸ਼ਨ ਦੇ ਕੋਲ ਜਿਹੜੀ ਹੈਗੀ ਆ ਆਪਣੀ ਇੱਕ ਗੁਹਾਰ ਲਗਾਈ ਹੈ ਤੇ ਉਹਨਾਂ ਨੇ ਜਿਹੜੇ ਸੰਬੰਧਿਤ ਜ਼ਿਲ੍ਹੇ ਦੇ SSP ਨੂੰ ਡਾਇਰੈਕਸ਼ਨਾਂ ਦੇਣ ਦੇ ਲਈ ਜਿਹੜੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਕਿ ਜਿਹੜੇ ਨਿਹੰਗ ਸਿੰਘ ਨੇ, ਜਿਹੜੇ ਦੇਖੋ ਨਿਹੰਗ ਸਿੰਘ ਤੋਂ ਪਹਿਲਾਂ ਇੱਕ ਉਹ ਸਿੱਖ ਵੀ ਨੇ, ਠੀਕ ਹੈ। ਸੋ ਸਿੱਖਾਂ ਦੀ ਜਿਹੜੀ ਮਰਿਆਦਾ ਵਾ, ਜਿੱਦਾਂ ਪਗੜੀ ਦੀ ਗੱਲ ਕੀਤੀ,
ਪਗੜੀ ਸੰਭਾਲ ਚਿੱਟਾ ਗੱਲ ਕਰਦੇ ਹਾਂ ਅਸੀਂ ਪੰਜਾਬ ਦੇ ਵਿੱਚ, ਸੋ ਸਾਡੀ ਜਿਹੜੀ ਆ ਸਿੱਖਾਂ ਦੀ ਜਿਹੜੀ ਮਰਿਆਦਾ ਵਾ 5 ਕਟਾਰ ਨੇ ਸਾਰਿਆਂ ਨੂੰ ਲੈ ਕੇ ਅਸੀਂ ਦੇਖੀਏ ਤੇ ਉਹਦੇ ਨਾਲ ਹੀ ਇੱਕ ਸਿੱਖ ਦੀ ਜਿਹੜੀ ਆ ਸ਼ੋਭਾ ਹੁੰਦੀ ਆ, ਸੁਸ਼ੋਭਿਤ ਹੁੰਦਾ। ਸੋ ਪਗੜੀ ਜਿਹੜੀ ਆ ਉਹ ਸਾਡੀ ਇੱਜ਼ਤ ਆ, ਆਨ ਬਾਨ ਤੇ ਸ਼ਾਨ ਹੈ। ਸੋ ਇਹਨਾਂ ਨੂੰ ਨੰਗੇ ਸਿਰ ਜਿਹੜਾ ਵਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਉਹਨਾਂ ਦੇ ਫਟੇ ਹੋਏ ਕੱਪੜੇ ਨੇ। ਐਂਡ ਉਸ ਤੋਂ ਇਲਾਵਾ ਮੈਂ ਗੱਲ ਕਰਾਂ ਤੇ ਇਹ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਆ। ਕਿਸੇ ਵੀ ਬੰਦੇ ਨੂੰ ਜਦ ਤੱਕ ਅਦਾਲਤ ਦੋਸ਼ੀ ਕਰਾਰ ਨਹੀਂ ਦਿੰਦੀ ਅਸੀਂ ਉਹਨੂੰ ਦੋਸ਼ੀ ਨਹੀਂ ਕਹਿ ਸਕਦੇ, ਤਦ ਤੱਕ ਇਸੇ ਕਰਕੇ ਉਹਨੂੰ ਮੁਲਜ਼ਮ ਕਿਹਾ ਜਾਂਦਾ ਆ। ਪਰ ਇੱਥੇ ਜਦੋਂ ਵੀ ਬਹੁਤ ਸਾਰੇ ਚੈਨਲਾਂ ਤੇ ਦੇਖਿਆ ਉਹਨਾਂ ਨੂੰ ਦੋਸ਼ੀ ਕਹਿ ਕੇ ਪੁਕਾਰਿਆ ਗਿਆ। ਸੋ ਇਹ ਵੀ ਇੱਕ ਕਹਾਣ ਹੈ। ਕਿਸੇ ਵੀ ਬੰਦੇ ਦੇ ਉੱਤੇ ਜਦੋਂ ਇਲਜ਼ਾਮ ਕੋਈ ਲੱਗਦਾ ਹੈ ਸੋ ਉਹਨੂੰ ਪ੍ਰੂਵ ਕਰਨ ਦੇ ਲਈ ਅਦਾਲਤਾਂ ਨੇ ਐਂਡ ਉਹਦੇ ਤੇ ਜਿਹੜੀਆਂ ਕਮੇਟੀਆਂ ਬੈਠਦੀਆਂ ਨੇ। ਪਰ ਇਹਦੇ ਵਿੱਚ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਕਿਉਂਕਿ ਉਹਨਾਂ ਦੇ ਮਨੁੱਖੀ ਰਾਈਟਸ ਨੇ, ਹਿਊਮਨ ਰਾਈਟਸ ਨੇ, ਉਹਨਾਂ ਦੀ ਵਾਇਲੇਸ਼ਨ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਉਹਨਾਂ ਨੂੰ ਅਦਾਲਤ 'ਚ ਲੈ ਕੇ ਜਾ ਰਹੇ ਨੇ ਉਹਨਾਂ ਨੇ ਕੀਤੀ। ਉਸ ਤੋਂ ਇਲਾਵਾ ਸਾਡੇ ਸੁਪਰੀਮ ਕੋਰਟ ਵੱਲੋਂ ਇੱਕ ਆਰਡਰਸ ਨੇ, ਉਹਦੀ ਸੁਪਰੀਮ ਕੋਰਟ ਦੇ ਜਿਹੜੇ ਆਰਡਰਾਂ ਦੀ ਆਪਾਂ ਕਹਿੰਦੇ ਕੰਟੈਂਪਟ ਹੈ ਕਿ ਕਿਸੇ ਵੀ ਬੰਦੇ ਨੂੰ ਜਦ ਤੱਕ ਉਹ ਦੋਸ਼ੀ ਨਹੀਂ ਹੋਏਗਾ ਤਦ ਤੱਕ ਉਹਦਾ ਚਿਹਰਾ ਜਿਹੜਾ ਉਹ ਦਿਖਾਇਆ ਨਹੀਂ ਜਾਂਦਾ। ਤੁਸੀਂ ਆਮ ਦੇਖੋਗੇ ਚਾਹੇ ਕੋਈ ਚੋਰ ਹੈ, ਚਾਹੇ ਕੋਈ ਡਾਕੂ ਹੈ, ਚਾਹੇ ਕੋਈ ਵੀ ਕਾਤਲ ਹੋਵੇ, ਚਾਹੇ ਕੋਈ ਸਮੈਕ ਦੇ ਨਾਲ ਫੜੇ ਜਾਂਦੇ ਨੇ ਉਹਨਾਂ ਦੇ ਚਿਹਰੇ ਢੱਕੇ ਜਾਂਦੇ ਨੇ। ਇੱਥੇ ਦੋਨੋਂ ਤਰ੍ਹਾਂ ਦੀ ਜਿਹੜੀ ਵਾਇਲੇਸ਼ਨ ਆ ਉਹ ਕੀਤੀ ਗਈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕੀਤੀ ਗਈ। ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਉਹਨਾਂ ਨੂੰ ਨੰਗੇ ਸਿਰ ਕੀਤਾ ਗਿਆ, ਠੀਕ ਹੈ, ਉਹ ਕਕਾਰਾਂ ਦੇ ਧਾਰਨੀ ਸੀਗੇ। ਉਸ ਤੋਂ ਇਲਾਵਾ ਜਿਹੜਾ ਸੀਗਾ ਉਹਨਾਂ ਨੂੰ ਉਹਨਾਂ ਦੇ ਚਿਹਰੇ ਨੰਗੇ ਕਰਕੇ ਉਹਨਾਂ ਨੂੰ ਪੇਸ਼ ਕੀਤਾ ਗਿਆ। ਇਹ ਸੁਪਰੀਮ ਕੋਰਟ ਦੀ ਉਲੰਘਣਾ ਆ, ਇਹ ਉਹਨਾਂ ਦੀ ਜਿਹੜੀ ਆਪਾਂ ਕਹਿੰਦੇ ਕੰਟੈਂਪਟ ਆਫ ਕੋਰਟ ਹੈ। ਸੋ ਬਹੁਤ ਨਿੰਦਣੀय ਚੀਜ਼ ਹੈ। ਸਾਡੀ ਸਰਕਾਰ ਨੂੰ ਇਹਦੇ ਤੇ ਸੋਚਣ ਦੀ ਲੋੜ ਹੈ। ਠੀਕ ਹੈ, ਕ੍ਰਾਈਮ ਕੋਈ ਵੀ ਕਰ ਸਕਦਾ, ਹੁਣ ਬਹੁਤ ਵੱਡੇ ਵੱਡੇ ਕ੍ਰਾਈਮ ਹੁੰਦੇ ਨੇ, ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਨੇ ਗੱਲ ਕੀਤੀ ਕਿ ਹੁਣ ਦੇਖੋ ਜੀ 2 ਪਿਓ ਪੁੱਤ ਜਿਹੜੇ ਉਹਨਾਂ ਨੂੰ ਅਲਫ ਨੰਗਿਆ ਕਰਕੇ ਉਹਨਾਂ ਨੂੰ ਕੁੱਟਿਆ ਗਿਆ, ਮਾਵਾਂ ਦੇ ਸਾਹਮਣੇ ਪੁੱਤਾਂ ਨੂੰ ਨੰਗਿਆ ਕੀਤਾ ਜਾਂਦਾ ਤੇ ਪੁੱਤਾਂ ਸਾਹਮਣੇ ਮਾਵਾਂ ਨੂੰ ਐਂਡ ਪਿਓਾਂ ਸਾਹਮਣੇ ਧੀਆਂ ਨੂੰ। ਸੇ ਇਹੋ ਜਿਹੇ ਆਫੀਸਰ ਦੇ ਉੱਤੇ ਕਿਉਂ ਨਹੀਂ ਕਾਰਵਾਈ ਕਰਨ ਵਾਸਤੇ ਸਾਡੇ ਜਿਹੜੇ ਕੈਪਟਨ ਸਾਹਿਬ ਨੇ ਉਹ ਸਖਤੀ ਨਾਲ ਕਦਮ ਵਧਾਉਂਦੇ ਨੇ, ਅੱਗੇ ਵਧਾਉਂਦੇ ਨੇ। ਅਸੀਂ ਕਹਿੰਦੇ ਜਿੱਥੇ ਗਲਤ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਪਰ ਜਿੱਥੇ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਵੀ ਗਲਤੀਆਂ ਕੀਤੀਆਂ ਜਾਂਦੀਆਂ ਨੇ ਕਿਉਂ ਨਹੀਂ ਪ੍ਰਸ਼ਾਸਨ ਤੇ ਉਦੋਂ ਸਖਤੀ ਕੀਤੀ ਜਾਂਦੀ, ਕਿਉਂ ਨਹੀਂ ਉਸੇ ਟਾਈਮ ਉਹਨੂੰ ਸਸਪੈਂਡ ਕੀਤਾ ਜਾਂਦਾ। ਜਲੰਧਰ ਦੀ ਘਟਨਾਕ੍ਰਮ ਨੂੰ ਦੇਖੀਏ, ਉਹ ਇੱਕ ਬੱਚੇ ਵੱਲੋਂ ਕੀਤੀ ਗਈ ਤੇ ਮੇਰੇ ਖਿਆਲ ਨਾਲ ਕੋਈ ਸੋਚੀ ਸਾਜ਼ਿਸ਼ ਨਹੀਂ ਸੀਗੀ ਕਿ ਜਿਹਨੂੰ ਇੰਨੇ ਵੱਡੇ ਲੈਵਲ ਤੱਕ ਉਹ ਦੇਖ ਲਿਆ ਜਾਂਦਾ। ਠੀਕ ਹੈ, ਬੱਚਾ ਘਬਰਾ ਗਿਆ ਉਸ ਮੌਕੇ ਤੇ। ਆਈ ਥਿੰਕ ਸ਼ਾਇਦ ਉਹਨੂੰ ਆਮ ਬੰਦਾ ਜਦੋਂ ਕੋਈ ਵੀ ਇੰਸੀਡੈਂਟ ਹੁੰਦਾ ਤਾਂ ਉਸ ਟਾਈਮ ਤੇ ਬ੍ਰੇਕ ਦੀ ਜਗ੍ਹਾ ਰੇਸ ਤੇ ਪੈਰ ਆ ਜਾਂਦਾ ਸਮਥਿੰਗ, ਐਂਡ ਉਹ ਘਟਨਾਕ੍ਰਮ ਇੱਕ ਆਪਾਂ ਨੂੰ ਘਟਨਾਕ੍ਰਮ ਕਹਿ ਸਕਦੇ ਹਾਂ। ਪਰ ਉਹਦੇ ਤੇ ਵੀ ਕੈਪਟਨ ਸਾਹਿਬ ਨੇ ਆਪਣਾ ਬੜਾ ਕੜਾ ਰੁਖ ਅਖਤਿਆਰ ਕੀਤਾ ਤੇ ਉਹਦੇ ਪਰਿਵਾਰਕ ਮੈਂਬਰਾਂ ਨੇ ਗੁਹਾਰ ਵੀ ਲਗਾਈ ਆ ਆਪਣੇ ਸੋਸ਼ਲ ਮੀਡੀਆ ਤੇ ਆ ਕੇ। ਇਹਦੇ ਵਿੱਚ ਅਸੀਂ ਮੰਨਦੇ ਹਾਂ ਕਿ ਸਾਡੇ ਬੱਚੇ ਦੀ ਗਲਤੀ ਹੈ, ਉਹਨੇ ਗਲਤ ਕੀਤਾ, ਬਟ ਇਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਇਹਨੂੰ ਸੰਜੀਦਗੀ ਨਾਲ ਦੇਖਿਆ ਜਾਂਦਾ ਕਿਉਂਕਿ ਬੱਚੇ ਦੇ ਫਿਊਚਰ ਦਾ ਵੀ ਸਵਾਲ ਹੈ। ਕੋਈ ਉਹਨੇ ਐਸਾ ਵੀ ਕ੍ਰਾਈਮ ਨਹੀਂ ਕਰ ਦਿੱਤਾ, ਠੀਕ ਆ, ਉਹਦੇ ਕੋਲੋਂ ਗਲਤੀ ਹੋਈ, ਗਲਤੀ ਮੰਨਦਾ ਆ, ਮੰਨੀ ਜਾ ਸਕਦੀ ਹੈ, ਉਹਨੂੰ ਕਿਸੇ ਵੀ ਤਰੀਕੇ ਨਾਲ ਸਹੀ ਦੇਖਿਆ ਜਾ ਸਕਦਾ ਸੀ। ਬਿਲਕੁਲ ਕਮਲ ਜੀ, ਮੈਂ ਵਾਪਸ ਆਉਂਗੀ ਤੁਹਾਡੇ ਕੋਲ। ਪੰਡਿਤ ਜੀ, ਜੇ ਗੱਲ ਕੀਤੀ ਜਾਵੇ ਇਸ ਸਮੇਂ ਤੁਸੀਂ ਜਿਵੇਂ ਕਿ ਕਿਹਾ ਕਿ ਤੁਸੀਂ ਚਿੱਠੀ ਲਿਖੀ ਹੋਈ ਹੈ, ਸੋ ਇਹ ਚਿੱਠੀ ਤੁਸੀਂ ਕਦੋਂ ਲਿਖੀ ਸੀਗੀ? ਪਿਛਲੇ ਸ਼ੁੱਕਰਵਾਰ ਫਰਾਈਡੇ ਨੂੰ ਲਿਖਿਆ ਸੀ ਮੈਂ, ਤੇ ਕਾਰਵਾਈ ਹੋਣ ਵਾਲੀ ਹੈ। ਉਹਦੇ ਮਾਈਨੋਰਿਟੀ ਕਮਿਸ਼ਨ ਦੇ ਚੇਅਰਪਰਸਨ ਡਾਕਟਰ ਨਹਿਰ, ਪ੍ਰੋਫੈਸਰ ਨਹਿਰ ਬਹੁਤ ਹੀ ਕਮਾਲ ਦੇ ਨੇ। ਇਹ ਪ੍ਰੋਫੈਸਰ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਉਹ ਬਹੁਤ ਹੀ ਕਮਾਲ ਦੇ ਨੇ, ਬੁੱਧੀਜੀਵੀ ਨੇ, ਪੜ੍ਹੇ ਲਿਖੇ ਨੇ। ਮੈਨੂੰ ਪੂਰਾ ਆਸ ਤੇ ਉਮੀਦ ਹੈ ਉਹ ਜ਼ਰੂਰ ਨਾ ਸਿਰਫ SSP ਨੂੰ ਨੋਟਿਸ ਕੱਢਣਗੇ, ਪੂਰੇ ਪੰਜਾਬ ਦੇ ਪੱਧਰ ਤੇ ਪੰਜਾਬ ਦੇ ਵਿੱਚ ਕਿੱਥੇ ਵੀ ਕੋਈ ਮਾਈਨੋਰਿਟੀ ਦੇ ਖਿਲਾਫ ਇਹੋ ਜਿਹਾ ਹਰਕਤ ਨਹੀਂ ਹੋਏਗੀ। ਮੈਨੂੰ ਪੂਰਾ ਆਸ ਤੇ ਉਮੀਦ ਹੈ ਸਾਡੇ ਪ੍ਰੋਫੈਸਰ ਸਾਹਿਬ ਇਹੋ ਜਿਹਾ ਚੇਅਰਪਰਸਨ ਸਾਹਿਬ ਇਹੋ ਜਿਹਾ ਨੋਟਿਸ ਕੱਢਣਗੇ ਤਾਂ ਕਿ ਮਾਈਨੋਰਿਟੀ ਦੀ ਇੱਜ਼ਤ ਹੋਵੇ, ਦਸਤਾਰ ਦੀ ਇੱਜ਼ਤ ਹੋਵੇ, ਇਹਨਾਂ ਦੀ ਭਾਵਨਾ ਦਾ ਇੱਜ਼ਤ ਹੋਵੇ। ਜੀ ਗੁਰਪਾਲ ਜੀ, ਤੁਹਾਨੂੰ ਲੱਗਦਾ ਹੈ ਕਿ ਜੋ ਮਾਈਨੋਰਿਟੀ ਹੈ, ਜੋ ਸਿੱਖ ਨੇ, ਉਹਨਾਂ ਦੇ ਨਾਲ ਪੱਖਪਾਤ ਹੁੰਦਾ ਹੈ, ਕਾਨੂੰਨਨ ਤੌਰ ਤੇ ਵੀ ਪੱਖਪਾਤ ਹੁੰਦਾ ਹੈ? ਤੁਹਾਨੂੰ ਕੀ ਕਾਨੂੰਨ ਤੇ ਭਰੋਸਾ ਨਹੀਂ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ? ਮੈਂ ਹੁਣ ਦੇਖੋ ਪਤਾ ਗੱਲ ਕੀ ਹੈ, ਚਾਹਤੇ ਹੋਵੇ ਨਾ ਵੀ ਕੋਈ ਨਵੀਂ ਘਟਨਾ ਵਾਪਰੀ ਆ ਤਾਂ ਫਿਰ ਹੁੰਦਾ ਵੀ ਯਾਰ ਇਹ ਕੰਮ ਹੋਇਆ ਵਾ, ਇੱਕ ਪਹਿਲੀ ਵਾਰੀ ਹੋਇਆ ਵਾ। ਕਿੱਥੇ ਸਭ ਤੋਂ ਪਹਿਲਾਂ ਸ਼ੁਰੂਆਤ ਤੋਂ ਆਪਾਂ ਦੇਖਦੇ ਆ ਕਰੋਨਾ ਜਦੋਂ ਤੋਂ ਆਇਆ ਵਾ ਕਿ ਮਿਨੋਰਿਟੀ ਟਾਰਗੇਟ ਹੋਈਆਂ ਜਾਂ ਨਹੀਂ ਹੋਈਆਂ। ਮਿਨੋਰਿਟੀ ਦੇ ਵਿੱਚ ਸਭ ਤੋਂ ਪਹਿਲਾਂ ਜੇ ਪੰਜਾਬ ਨੂੰ ਦੇਖਿਆ ਜਾਵੇ, ਕਿਉਂਕਿ ਸਿੱਖਾਂ ਦੀ ਇਸ ਮੁਲਕ ਦੇ ਵਿੱਚ ਭੁਗਤ ਨਹੀਂ ਹੈਗੀ, ਇਹ ਗੱਲ ਮੰਨਣੀ ਪਊਗੀ। ਅੱਜ ਮੰਨਣ, ਕੱਲ ਮੰਨਣ, ਜਦੋਂ ਮਰਜ਼ੀ ਮੰਨਣ।
ਸਭ ਤੋਂ ਪਹਿਲਾਂ ਬਲਦੇਵ ਸਿੰਘ ਪਠਾਵਾਂ ਵਾਲੇ ਨੂੰ ਟਾਰਗੇਟ ਕਰਕੇ ਅਨੰਦਪੁਰ ਸਾਹਿਬ ਇਹਨਾਂ ਨੇ ਆਖਿਆ ਵੀ ਅਸੀਂ ਇਹ ਅਨੰਦਪੁਰ ਸਾਹਿਬ ਇੱਕ ਕਰੋਨਾ ਦੀ ਹੱਬ ਬਣੂਗਾ। ਮੀਡੀਆ ਨੇ ਪੂਰਾ ਅਨੰਦਪੁਰ ਸਾਹਿਬ ਨੂੰ ਹਾਈਲਾਈਟ ਕੀਤਾ, ਹੋਲਾ ਮੋਹਲਾ ਸਾਹਿਬ ਨੂੰ। ਚਲੋ ਨਹੀਂ ਉੱਥੇ ਗੱਲ ਬਣੀ। ਉਸ ਤੋਂ ਬਾਅਦ ਇਹਨਾਂ ਨੇ NRIਆਂ ਦੇ ਉੱਤੇ ਇੰਨੇ ਐਕਸ਼ਨ, ਇਹਨਾਂ ਨੂੰ ਜੇ 24 ਘੰਟੇ 'ਚ ਨਹੀਂ ਆਏ ਤਾਂ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ, ਇਹਨਾਂ ਦੇ ਪਾਸਪੋਰਟ ਜ਼ਬਤ ਹੋਣਗੇ। ਤੇ ਸਿਰਫ ਪੰਜਾਬ ਦੇ NRI ਹੀ ਕਿਉਂ ਟਾਰਗੇਟ ਕੀਤੇ ਗਏ? ਪੂਰੇ ਇੰਡੀਆ ਦੇ ਵਿੱਚ NRI ਹੋਰ ਵੀ ਆਉਂਦੇ ਨੇ। ਗੁਜਰਾਤ ਤੋਂ ਕਿੰਨੀ ਹਜ਼ਾਰਾਂ ਦੀ ਗਿਣਤੀ 'ਚ NRI ਡੇਲੀ ਆ ਰਿਹਾ ਜਾਂ ਜਾ ਰਿਹਾ, ਸਿਰਫ ਪੰਜਾਬ ਤੋਂ ਟਾਰਗੇਟ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਉਹ ਤਬਲੀਗੀ ਜਮਾਤ ਉਸਨੂੰ ਟਾਰਗੇਟ ਕੀਤਾ। ਉਸ ਤੋਂ ਬਾਅਦ ਜੇ ਪੰਜਾਬ ਵੱਲ ਵੇਖਿਆ ਜਾਵੇ ਤੇ ਇੱਕ ਜਲੰਧਰ ਦਾ ਅਦਾਰਾ ਪ੍ਰੈਸ, ਬਹੁਤ ਵੱਡਾ ਪੁਰਾਣਾ ਅਦਾਰਾ, ਇੱਕ ਹੱਬ ਬਣ ਗਿਆ ਕਰੋਨਾ ਦੀ, ਕੋਈ ਹਾਈਲਾਈਟ ਨਹੀਂ ਹੋਇਆ। ਰਾਜਪੁਰੇ ਦੇ ਵਿੱਚ ਸ਼ਿਵ ਸੈਨਾ ਵਾਲੇ ਹੁੱਕਾ ਪਾਰਟੀ ਕਰਦੇ ਫੜੇ ਗਏ, ਕੋਈ ਟਾਰਗੇਟ ਨਹੀਂ ਹੋਏ, ਕੋਈ ਹਾਈਲਾਈਟ ਨਹੀਂ ਹੋਏ, ਕਿਸੇ ਚੈਨਲ ਨੇ ਉਹਨਾਂ ਦੀ ਖਬਰ ਨਹੀਂ ਲਾਈ ਸੋਸ਼ਲ ਮੀਡੀਆ ਤੋਂ ਇਲਾਵਾ। ਉਸ ਤੋਂ ਬਾਅਦ ਫਿਰ ਅੱਜ ਹਜ਼ੂਰ ਸਾਹਿਬ ਦੇ ਸ਼ਰਧਾਲੂ ਤੁਸੀਂ ਦੇਖ ਰਹੇ ਜੇ, ਜਦ ਕਿ ਅੱਜ ਗੱਲਾਂ ਬਾਹਰ ਆ ਵੀ ਗਈਆਂ ਵੀ ਹਜ਼ੂਰ ਸਾਹਿਬ ਦੀ ਸੰਗਤ ਦੇ ਵਿੱਚ ਬਾਹਰਲੇ ਰਾਜਾਂ ਤੋਂ ਜਿਹੜੇ ਕਾਮੇ ਸਨ ਉਹ ਆਏ ਨੇ, ਉਹਨਾਂ ਦੀ ਵਜ੍ਹਾ ਨਾਲ ਕਰੋਨਾ ਫੈਲਿਆ। ਪਰ ਟਾਰਗੇਟ ਸਿੱਖਾਂ ਨੂੰ। ਬਿਆਨ ਕੀ ਦਿੱਤੇ ਜਾ ਰਹੇ ਨੇ? ਸ਼ਰਧਾਲੂ ਲੈ ਕੇ ਆਏ ਹਜ਼ੂਰ ਸਾਹਿਬ ਤੋਂ ਕਰੋਨਾ ਪ੍ਰਸ਼ਾਦ, ਸ਼ਰਧਾਲੂ ਬੜੇ ਮੁਸੀਬਤ, ਸ਼ਰਧਾਲੂਆਂ ਦੇ ਨਾਲ ਕਰੋਨਾ ਵਿਸਫੋਟ। ਇਹ ਕਿੱਦਾਂ ਦੇ ਬਿਆਨ ਨੇ? ਇਹ ਸਾਨੂੰ ਟਾਰਗੇਟ ਨਹੀਂ ਕੀਤੇ ਜਾ ਰਹੇ, ਸਿੱਧਾ ਤੇ ਸਪਸ਼ਟ ਤਰੀਕੇ 'ਚ ਸਾਨੂੰ ਟਾਰਗੇਟ ਕਰ ਰਹੇ ਨੇ। ਇਹਨਾਂ ਦੇ ਕਿੰਨੇ ਘਟਨਾਵਾਂ ਆ ਰਹੀਆਂ ਨੇ ਵੀ ਕਿਤੇ ਪਾਰਟੀਆਂ ਕਰ ਰਹੇ ਨੇ, ਕਿਤੇ ਵਿਆਹਾਂ ਦੀਆਂ, ਕਿਤੇ ਕੋਈ MLA ਆਪਣੇ ਮੁੰਡੇ ਦਾ ਕੁਛ ਕਰ ਰਿਹਾ, ਕਿਤੇ ਕੁਛ ਕਰ ਰਿਹਾ, ਉੱਥੇ ਕਰੋਨਾ ਨਹੀਂ ਫੈਲ ਰਿਹਾ। ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਦਾਦਰ ਸਟੇਸ਼ਨ ਦੇ ਉੱਤੇ ਮਜ਼ਦੂਰ ਇਕੱਠੇ ਹੁੰਦੇ ਨੇ, ਕੋਈ ਕਰੋਨਾ ਕੋਈ ਟਾਰਗੇਟ ਨਹੀਂ ਕੀਤਾ ਗਿਆ। ਲੱਖਾਂ ਹਜ਼ਾਰਾਂ ਦੀ ਗਿਣਤੀ 'ਚ ਲੋਕੀ ਟ੍ਰੇਨਾਂ 'ਚ ਬਹਿ ਕੇ ਤੁਰ ਕੇ ਆਪੋ ਆਪਣੇ ਰਾਜਾਂ ਨੂੰ ਜਾ ਰਹੇ ਨੇ, ਕੋਈ ਟਾਰਗੇਟ ਨਹੀਂ ਕੀਤਾ ਜਾ ਰਿਹਾ। ਫਿਰ ਰੱਥ ਯਾਤਰਾ ਕੱਢੀਆਂ ਜਾ ਰਹੀਆਂ ਨੇ, ਕੋਈ ਟਾਰਗੇਟ ਨਹੀਂ ਕੀਤਾ ਜਾ ਰਿਹਾ। ਸਾਨੂੰ ਸ਼ੁਰੂ ਤੋਂ ਲੈ ਕੇ ਤੇ ਅਖੀਰ ਤੱਕ ਜਿੰਨਾ ਚਿਰ ਸਾਨੂੰ ਕੋਈ ਆਸ ਉਮੀਦ ਨਹੀਂ ਦਿਖਦੀ, ਨਾ ਸਾਨੂੰ ਇਹਨਾਂ ਦੇ ਕਾਨੂੰਨ ਤੋਂ ਕੋਈ ਉਮੀਦ ਵਾ, ਨਾ ਸਾਨੂੰ ਕੁਝ ਹੋਣਾ ਵਾ। ਇਹ ਟਾਰਗੇਟ ਅਸੀਂ ਹੋਏ ਆ, ਹੁੰਦੇ ਆ ਤੇ ਹੁੰਦੇ ਰਵਾਂਗੇ, ਇਹ 'ਚ ਕੋਈ ਦੋ ਰਾਏ ਨਹੀਂ। ਅੱਜ ਨਹੀਂ ਹੋ ਰਹੇ, ਬੜੇ ਚਿਰ ਤੋਂ ਹੋ ਰਹੇ, ਮੈਂ ਬਚਪਨ ਤੋਂ ਦੇਖਦਾ ਆ ਰਿਹਾ ਜੀ। ਕਮਲ ਜੀ ਜਿਵੇਂ ਕਿ ਜੀ ਇੱਕ ਮਿੰਟ ਕਮਲ ਜੀ, ਮੇਰਾ ਸਵਾਲ ਜ਼ਰੂਰ ਲਓ। ਗੁਰਪਾਲ ਜੀ ਨੇ ਜਿਵੇਂ ਕਿਹਾ ਕਿ ਅਸੀਂ ਟਾਰਗੇਟ ਹੋ ਰਹੇ ਹਾਂ, ਪਰ ਜੇ ਧਰਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਤਾਂ ਆਪਣੇ ਆਪ ਨੂੰ ਕੋਈ ਧਰਮ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਜੀ। ਅੱਜ ਗੱਲ ਕੀਤੀ ਜਾਵੇ ਤਾਂ ਅੱਜ ਹੀ ਸ਼ਿਵ ਸੈਨਾ ਦਾ ਵੀ ਬਿਆਨ ਆਇਆ ਹੈ ਕਿ ਭਾਈ ਜੋ ਹੈ ਸਾਡੇ ਤੇ ਗਲਤ ਗਾਣੇ ਕੱਢੇ ਜਾ ਰਹੇ ਨੇ ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਗਾਣਿਆਂ ਦੇ ਵਿੱਚ। ਸ਼ਿਵ ਸੈਨਾ ਕਹਿ ਰਹੀ ਹੈ ਕਿ ਭਾਈ ਹਿੰਦੂ ਅੱਜ ਸੁਰੱਖਿਅਤ ਨਹੀਂ ਹੈ, ਸਿੱਖ ਕਹਿ ਰਿਹਾ ਸੁਰੱਖਿਅਤ ਨਹੀਂ ਹੈ। तो मैनू एक चीज दसो कि कानून तो धर्म नू खतरा है? बिल्कुल जी, मैं इत्थे गुरपाल जी की गल नाल भी बहुत सहमत हाँ एंड तुहाडे इस सवाल दे नाल बड़ा सहमत हाँ। कानून छड्ड के मैं ये समझदा कि जद भी कांग्रेस की सरकार पंजाब दे विच आई है, चाहे सेंटर च आई है, उत्थे घट गिणतियां नाल हमेशा ही वितकरा होया एंड घट गिणतियां की गल करिए तो पंजाबियों को सब तो वड्डा उहदे विच सिखां नूं टारगेट किया गया, सिक्खी नूं टारगेट किया गया, उन्होंने डोमीनेट करने लई हर तरह के हथ कंडे जिहड़े वो अपनाए गए। ये अज दी नहीं, ये बहुत पुराने समय तो चीज़ चलती आ रही है। 84 दे विच भी जिहड़ी चीज़ हुई सी, कित्थे तक पंजाब चला गया, फिर मुड़ तो अपने पैरों ते खड़ा होया एंड अज फिर वो कवायद जिहड़ी है जदों कांग्रेस सरकार फिर पंजाब दे विच आई है एंड उन्हें फिर अपनी वो जिहड़ियां कोडियां जिहड़ियां चालां ने उन्होंने रचनियां शुरू कर दित्तियां। सो मैं इत्थे गल करां कि ਜਿਹੜੇ इस मसले की असीं गल कर रहे हैं कि ਨਿਹੰਗ ਸਿੰਘਾਂ ਦੇ ਨਾਲ जो बेपत्ती की गई है, ਅਸੀਂ ਉਹਨਾਂ ਦੇ ਜਿਹੜੇ ਕੀਤੇ ਗਏ ਕ੍ਰਾਈਮ ਨੂੰ ਸਪੋਰਟ ਨਹੀਂ ਕਰਦੇ, ਪਰ ਜਿਹੜੀ ਚੀਜ਼ ਹੈਗੀ ਆ ਉਹਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੀਆਂ ਕੇਸ ਕੀਤਾ ਗਿਆ ਉਹ ਅੱਤਵਾਦੀ ਧਾਰਾਵਾਂ ਦੇ ਅੰਡਰ ਕੀਤਾ ਗਿਆ। ਕੋਈ ਇਹੋ ਜਿਹਾ ਪਲਾਨਡ ਚੀਜ਼ਾਂ ਨਹੀਂ ਸੀਗੀਆਂ ਕਿ ਹਾਂ ਵੀ ਕੋਈ ਅੱਤਵਾਦ ਚੱਲ ਰਿਹਾ ਸੀਗਾ ਤੇ ਅੱਤਵਾਦੀ ਧਾਰਾਵਾਂ ਦੇ ਅੰਡਰ ਉਹ ਕੇਸ ਦਰਜ ਕੀਤਾ ਗਿਆ। जबकि वो ठीक है कि ਅਸੀਂ ਕਹਿੰਦੇ ਕਿ ਉਹਨਾਂ ਨੇ ਘਟਨਾਕ੍ਰਮ ਕੀਤਾ, ਉਹਦੇ ਲਈ ਹੋਰ ਵੀ ਸੀਗੇ 307 302 ਦੀਆਂ ਧਾਰਾਵਾਂ ਜੋ ਕਾਨੂੰਨ ਦੇ ਮੁਤਾਬਕ ਹੋ ਸਕਦੀਆਂ ਸੀ, ਪਰ ਅੱਤਵਾਦੀ ਧਾਰਾਵਾਂ ਦਾ ਲਾਉਣਾ ਮਕਸਦ ਕੀ ਹੈ ਕਿ ਸਿੱਖਾਂ ਨੂੰ ਫਿਰ ਲੋਕਾਂ ਦੇ ਸਾਹਮਣੇ ਇਸ ਤਰੀਕੇ ਨਾਲ ਲੈ ਕੇ ਆਉਣਾ, ਪੇਸ਼ਕਾਰੀ ਕਰਨੀ, ਇਹ ਬਹੁਤ ਵੱਡੀ ਗੱਲ ਹੈ। ਇੱਥੇ ਮੈਂ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੂੰਗਾ ਤੁਹਾਡੇ ਨਾਲ ਐਂਡ ਗੁਰਨਾਮ ਜੀ ਨੂੰ ਗੁਰਪਾਲ ਜੀ ਨੂੰ ਕਹੂੰਗਾ ਕਿ ਉਹ ਆਪਣੇ ਇਸ ਮਸਲੇ ਨੂੰ ਅੱਗੇ ਚੱਕਣ अपने सिख जथेबंदियां दे विच ते SGPC जिहड़ी हैगी आ वो साडी सिरमौर जथेबंदी आ सिखां दी एंड साडा सुप्रीम कोर्ट आ, साडी सर्वोच्च अदालत है कि इस टाइम साडे कैप्टन अमरिंदर सिंह जी जो स्टेट दे मुख्य मंत्री ने उन्होंने आज तक दे नाल कीती गई वार्तालाप दे विच
ਜਿੱਥੇ ਪੰਜਾਬ ਦੇ ਲਈ ਚਿੰਤਾ ਵਿਅਕਤ ਕੀਤੀ ਹੈ, ਉੱਥੇ ਨਾਲ ਦੀ ਨਾਲ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਗਈ, ਜਦੋਂ ਐਂਕਰ ਵੱਲੋਂ ਇਹ ਗੱਲ ਪੁੱਛੀ ਗਈ ਕਿ ਜਿਹੜੇ ਪੰਜਾਬ ਵਿੱਚ ਸਿੱਖ ਸ਼ਰਧਾਲੂ ਆਏ ਨੇ, ਉਹਨਾਂ ਸਿੱਖ ਸ਼ਰਧਾਲੂਆਂ ਨੂੰ ਤੁਸੀਂ ਉਹਨਾਂ ਦੇ ਰਹਿਣ ਦਾ ਜਿਹੜਾ ਕੁਆਰੰਟਾਈਨ ਕਰਨ ਦਾ ਇੰਤਜ਼ਾਮ ਕੀ ਕੀਤਾ ਹੋਇਆ, ਤਾਂ ਉਹਨਾਂ ਨੇ ਕਿਹਾ ਬਹੁਤ ਪੁਖਤਾ ਇੰਤਜ਼ਾਮ ਨੇ। ਉਹਨਾਂ ਇੰਤਜ਼ਾਮਾਂ ਦੀ ਜੋ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਰਾਧਾ ਸਵਾਮੀ ਡੇਰਿਆਂ ਨੇ ਸਾਨੂੰ ਜਗ੍ਹਾ ਦਿੱਤੀ ਹੈ, ਅਸੀਂ ਰਾਧਾ ਸਵਾਮੀ ਡੇਰੇ ਦੇ ਵਿੱਚ ਉਹਨਾਂ ਨੂੰ ਕੁਆਰੰਟਾਈਨ ਕੀਤਾ, ਇਕਾਂਤਵਾਸ ਕੀਤਾ ਹੋਇਆ। ਉਸ ਤੋਂ ਇਲਾਵਾ ਨਿਰੰਕਾਰੀ ਭਵਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਕਾਂਤਵਾਸ ਕੀਤਾ ਹੋਇਆ। ਉੱਥੇ ਉਹਨਾਂ ਨੇ ਇੱਕ ਵਾਰੀ ਵੀ ਜ਼ਿਕਰ ਨਹੀਂ ਕੀਤਾ ਕਿ ਸਾਨੂੰ ਜਿਹੜੇ ਸਾਡੇ ਕਾਰਜਕਾਰੀ ਜਥੇਦਾਰ ਨੇ ਯਾਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਸਰਕਾਰ ਨੂੰ ਬੜੀ ਵਾਰ ਗੁਹਾਰ ਲਗਾਈ ਕਿ ਤੁਸੀਂ ਸਾਡੇ ਸਿੱਖ ਸ਼ਰਧਾਲੂਆਂ ਨੂੰ, ਸਾਡੀਆਂ ਜਿਹੜੀਆਂ ਸਿੱਖਾਂ ਦੀਆਂ ਜਿਹੜੀਆਂ ਸਰਾਵਾਂ ਨੇ ਗੁਰਦੁਆਰਿਆਂ ਦੀਆਂ, ਅਸੀਂ ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ, ਉੱਥੇ ਠਹਿਰਾ ਸਕਦੇ ਆ, ਉਹਨਾਂ ਦੀ ਹਰ ਚੀਜ਼ ਦਾ ਜਿਹੜਾ ਬੜਾ ਧਿਆਨ ਰੱਖਿਆ ਜਾ ਸਕਦਾ, ਉੱਥੇ ਡਾਕਟਰਸ ਵੀ ਆ ਸਕਦੇ, ਹਰ ਤਰ੍ਹਾਂ ਸਾਡੀ ਜਿਹੜੀ ਡਾਕਟਰੀ ਟੀਮਾਂ ਨੇ ਸਪੋਰਟ ਕਰਨਗੀਆਂ। ਜਦ ਕਿ ਇੱਕ ਵਾਰ ਵੀ ਉਹਨਾਂ ਨੇ ਇਸ ਚੀਜ਼ ਨੂੰ ਸੋਚਿਆ। ਐਂਡ ਸਿੱਖ ਜਥੇਬੰਦੀਆਂ ਨੇ, ਸਿੱਖਾਂ ਨੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਇਸ ਟਾਈਮ ਨਾਮ ਨਾ ਖੱਟਿਆ ਆ ਕਿ ਪੂਰੀ ਦੁਨੀਆ ਦੇ ਵਿੱਚ ਲੰਗਰ ਵਰਤਾ ਕੇ ਹਰ ਤਰ੍ਹਾਂ ਦੀ ਸੇਵਾ ਭਾਵਨਾ ਨੂੰ ਅੱਗੇ ਕਰਕੇ, ਉੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਵੀ ਨਹੀਂ ਆਪਣੇ ਮੂੰਹ ਤੋਂ ਇਹ ਗੱਲ ਕਹੀ ਕਿ ਸਿੱਖ ਜਥੇਬੰਦੀਆਂ ਨੇ ਜਿਹੜਾ ਵਾ ਆਪਣਾ ਜੋ ਬਣਦਾ ਯੋਗਦਾਨ ਸੀਗਾ, ਕਿਉਂਕਿ ਪੰਜਾਬ ਸੀਗਾ, ਪੰਜਾਬੀਅਤ ਦੇ ਨਾਲ ਖੜੇ ਹੁੰਦਿਆਂ ਹੋਇਆਂ ਉਹਨਾਂ ਨੇ ਜੋ ਕੰਮ ਕੀਤਾ, ਲੰਗਰ ਜੋ ਵਰਤਾਏ, ਹਰ ਤਰ੍ਹਾਂ ਦੀ ਜਿਹੜਾ ਉਹਨਾਂ ਨੇ ਮਦਦ ਕੀਤੀ, ਪਰ ਇੱਕ ਵਾਰ ਵੀ ਉਹਨਾਂ ਨੇ ਇਸ ਜਥੇਬੰਦੀ ਦਾ ਨਾਮ ਨਹੀਂ ਲਿਆ। ਸਿੱਖਾਂ ਨੂੰ ਉੱਥੇ ਫਿਰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਡੇਰਾਵਾਦ ਨੂੰ ਵਧਾਵਾ ਦੇਣ ਦੀ ਪੂਰੀ ਕੋਸ਼ਿਸ਼ ਸਾਜ਼ਿਸ਼ ਜਿਹੜੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮੁੱਖ ਤੋਂ ਜਿਹੜੀ ਆ ਉਹ ਸੁਣਨ ਨੂੰ ਮਿਲੀ। ਦੁੱਖ ਦੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਹੋ ਕੇ ਡੇਰਾਵਾਦ ਨੂੰ ਵਧਾਵਾ ਦੇਣਾ, ਅਸੀਂ ਨਹੀਂ ਕਹਿੰਦੇ ਕਿ ਉਹ ਲੋਕ ਨਹੀਂ ਸੇਵਾ ਭਾਵਨਾ ਕਰ ਰਹੇ, ਪਰ ਜਿੱਥੇ ਸਾਡੀ ਸਿਰਮੌਰ ਸਿੱਖ ਜਥੇਬੰਦੀ ਹੈਗੀ ਆ, ਸਿੱਖਾਂ ਦੇ ਜਿਹੜੇ ਨੁਮਾਇੰਦੇ ਨੇ ਉੱਥੇ ਪੂਰੀ ਦੁਨੀਆ ਦੇ ਸਿੱਖਾਂ ਦਾ ਨਾਮ ਹੈ। ਇਸ ਟਾਈਮ ਸਾਰੀਆਂ, ਮੇਰੇ ਖਿਆਲ ਕੋਈ ਕੰਟਰੀ ਐਸਾ ਨਹੀਂ ਹੋਊਗਾ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਸਿੱਖਾਂ ਨੇ ਬਹੁਤ ਵਧੀਆ ਯੋਗਦਾਨ ਦਿੱਤਾ। ਬਹੁਤ ਸਾਰੀਆਂ ਸਰਕਾਰਾਂ ਨੇ ਜਿਹੜਾ ਉੱਥੋਂ ਦੇ ਖਾਣ ਪੀਣ ਦਾ ਇੰਤਜ਼ਾਮ ਸੀ ਉਹ ਗੁਰਦੁਆਰਿਆਂ ਦੇ ਪ੍ਰਬੰਧਾਂ ਹੇਠ ਦਿੱਤਾ। ਸੋ ਉੱਥੇ ਸਾਡੀ ਸਰਕਾਰ ਜਿਹੜੀ ਹੈ ਨਾ, ਇਹ ਜਿਹੜੀ ਉਹਦੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਅੰਦਰ ਖਾਤੇ। ਸਾਨੂੰ ਇਹਦੇ ਤੋਂ ਇੱਕ ਖਤਰਾ ਮਹਿਸੂਸ ਹੋ ਰਿਹਾ, ਬਹੁਤ ਵੱਡਾ ਖਤਰਾ ਆਭਾਸ ਹੋ ਰਿਹਾ। ਜਿਸ ਤਰ੍ਹਾਂ ਸਾਡੇ ਗੁਰਪਾਲ ਜੀ ਨੇ ਕਿਹਾ ਕਿ ਇੱਕ ਬਹੁਤ ਵੱਡੇ ਪ੍ਰੈਸ ਮੀਡੀਆ ਹਾਊਸ ਵੱਲੋਂ ਜਲੰਧਰ ਦੇ ਵਿੱਚ ਕੇਸਸ ਦੀ ਜਿਹੜੀ ਗਿਣਤੀ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਈ, ਜਿਹਦੇ ਕਰਕੇ ਜਲੰਧਰ ਇੱਕ ਨੰਬਰ ਹੋਇਆ। ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਾਂ ਸਾਡੇ ਜਿਹੜੇ ਡੀਜੀਪੀ ਸਾਹਿਬ ਸੀਗੇ, ਉਹਨਾਂ ਵੱਲੋਂ ਕੋਈ ਵੀ ਐਸੀ ਕਾਨੂੰਨੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ। ਕਿਉਂ? ਕਿਉਂਕਿ ਉਹ ਬਹੁਤ ਵੱਡਾ ਮੀਡੀਆ ਹਾਊਸ ਸੀਗਾ। ਇਸ ਕਰਕੇ, ਕਿਉਂਕਿ ਉਹਨਾਂ ਦੇ ਜਿਹੜੇ ਨੇ ਹੱਥ ਨੇ ਉੱਤੇ ਤੱਕ ਜੁੜੇ ਹੋਏ ਨੇ, ਸ਼ਾਇਦ ਇਸ ਕਰਕੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਲਈ ਜਿਹੜੀਆਂ ਬੜੇ ਵੱਡੇ ਸਵਾਲ ਜਿਹੜੇ ਨੇ ਉਹ ਸਾਡੇ ਗੜੀ ਖੜੇ ਹੋ ਰਹੇ ਨੇ। ਐਂਡ ਸਾਡੀ ਜਿਹੜੀ ਸੈਂਟਰ ਦੀ ਸਰਕਾਰ ਹੈ, ਉਹਦੀ ਵੀ ਗੱਲ ਕਰੀਏ ਤਾਂ ਸਿੱਖਾਂ ਨਾਲ ਹਮੇਸ਼ਾ ਹੀ ਜਿਹੜੀ ਉਹ ਵੀ ਮਤਲਬ ਆਪਾਂ ਕਹਿ ਦਈਏ ਕਿ ਵਰਤਾਰਾ ਜਿਹੜਾ ਵਾ ਡਿਫਰੈਂਟ ਕਰਦੀ ਰਹੀ ਆ। ਸੋ ਇਹ ਚੀਜ਼ਾਂ ਬਹੁਤ ਸਾਰੀਆਂ ਸਾਡੇ ਗੜੀ ਸਵਾਲ ਖੜੇ ਹੁੰਦੇ ਨੇ। ਅਸੀਂ ਮਨੁੱਖੀ ਅਧਿਕਾਰ, ਕਿਉਂਕਿ ਸਾਡੀ ਸੰਸਥਾ ਮਨੁੱਖੀ ਅਧਿਕਾਰਾਂ ਦੇ ਲਈ ਲੜਦੀ ਆ, ਅਸੀਂ ਇੱਥੇ ਗੱਲ ਕਰਾਂਗੇ ਤੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਆ। ਹਰ ਇੱਕ ਬੰਦੇ ਦਾ ਬਣਦਾ ਮਾਣ ਸਤਿਕਾਰ ਜਿਹੜਾ ਵਾ ਉਹਨੂੰ ਮਿਲਣਾ ਚਾਹੀਦਾ। ਜੀ ਗੁਰਪਾਲ ਜੀ, ਜੇ ਤੁਹਾਡੇ ਤੋਂ ਸਵਾਲ ਕਰੀਏ ਤਾਂ ਆਪਣੇ ਦੇਸ਼ ਦੇ ਵਿੱਚ ਸੀਏ ਲਾਗੂ ਹੋ ਗਿਆ ਤੇ ਅਸੀਂ ਕਿਹਾ ਕਿ ਅਸੀਂ ਜਿਹੜੀ ਵੀ ਮਿਨੋਰਟੀ ਆ, ਅਸੀਂ ਜਿਹੜੇ ਬਾਹਰ ਮੁਲਕਾਂ ਦੇ ਵਿੱਚ ਉਹਨਾਂ ਦੇ ਨਾਲ ਪੱਖਪਾਤ ਹੋ ਰਿਹਾ ਹੈ ਉਸ ਤੋਂ ਅਸੀਂ ਬਚਾਉਣਾ ਹੈ ਤੇ ਆਪਣੇ ਦੇਸ਼ ਦੇ ਵਿੱਚ ਲੈ ਕੇ ਆਉਣਾ ਹੈ। ਪਰ ਜੇ ਅੱਜ ਧਰਮਾਂ ਦੀ ਗੱਲ ਕਰੀਏ ਤੇ ਹਰੇਕ ਧਰਮ ਆਪਣੇ ਆਪ ਨੂੰ ਅੱਜ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਆਪਣੇ ਦੇਸ਼ ਦੇ ਵਿੱਚ ਹੀ ਅਸੀਂ ਆਪਣੇ ਧਰਮ ਨੂੰ ਨਹੀਂ ਬਚਾ ਪਾ ਰਹੇ ਤੇ ਅਸੀਂ ਬਾਹਰ ਵਾਲਿਆਂ ਨੂੰ ਕਿਵੇਂ ਸੁਰੱਖਿਅਤ ਕਰਾਂਗੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਸਮੇਂ ਪਰੇਸ਼ਾਨ ਨੇ? ਦੇਖੋ ਪ੍ਰਿਆ ਜੀ, ਜੇ ਅੱਜ ਕਿਤੇ ਹੋ ਰਹੇ ਜ਼ੁਲਮ ਦੇ ਖਿਲਾਫ ਆਵਾਜ਼ ਉੱਠ ਰਹੀ ਆ, ਕਿਸੇ ਦੇ ਧੱਕੇ ਦੇ ਖਿਲਾਫ ਉੱਠ ਰਹੀ ਹੈ ਆਵਾਜ਼, ਤਾਂ ਇਹਦਾ ਮਤਲਬ ਵੀ ਅਸੀਂ ਆਪਣਾ ਜੋ ਵਜੂਦ ਸਾਨੂੰ ਗੁਰੂ ਮਹਾਰਾਜ ਵੱਲੋਂ ਜੋ ਸਿਧਾਂਤ ਸਾਨੂੰ ਦਿੱਤੇ ਆ ਉਹ ਜਿਉਂਦੇ ਨੇ ਅਜੇ, ਚਾਹੇ ਉਹ ਇੱਕ ਬੰਦਾ ਵਾ, ਚਾਹੇ 10 ਬੰਦੇ, ਚਾਹੇ 1000, ਚਾਹੇ ਲੱਖਾਂ ਦੀ ਗਿਣਤੀ ਜਿੰਨੀ ਵੀ ਹੋਵੇ। ਕਿਉਂਕਿ ਅਸੀਂ ਉਦੋਂ ਵੀ ਆਵਾਜ਼ ਚੁੱਕੀ ਸੀ ਜਿੱਦਣ ਸਾਡੀ ਗਿਣਤੀ ਬਹੁਤ ਸੈਂਕੜਿਆਂ 'ਚ ਹੀ ਰਹਿ ਗਈ ਸੀ। ਤੁਹਾਡਾ ਸਵਾਲ ਆ ਵੀ ਜੇ ਅਸੀਂ ਆਪਣੇ ਮੁਲਕ 'ਚ ਇਸ ਮੁਲਕ ਦੇ ਵਿੱਚ ਰਹਿ ਕੇ ਵੀ ਆਪਣੇ ਧਰਮ ਨੂੰ ਸੇਫ ਨਹੀਂ ਮੰਨ ਰਹੇ ਤਾਂ ਅਸੀਂ ਬਾਹਰ ਕਿੱਦਾਂ ਮਹਿਸੂਸ ਕਰਦੇ? ਗੱਲ ਆ ਸਿਸਟਮ ਨੂੰ ਸਮਝਣ ਦੀ, ਗੱਲ ਸਿਸਟਮ ਨੂੰ ਸਮਝਣ ਦੀ ਆ। ਬਾਹਰਲਾ ਚਾਹੇ ਪੱਛਮੀ ਕੰਟਰੀ ਆ, ਚਾਹੇ ਹੋਰ ਏਸ਼ੀਆਈ ਕੰਟਰੀ ਜਾਂ ਜਿੱਥੇ ਨੇ, ਉਹਨਾਂ ਲੋਕਾਂ ਦੇ ਸਿਸਟਮ ਨੇ, ਉੱਥੇ ਬਰਾਬਰਤਾ ਲੋਕਾਂ ਨੂੰ ਮਿਲਦੀ ਹੈ। ਅਰਬ ਕੰਟਰੀ ਦੇ ਵਿੱਚ ਦੇਖਿਆ ਜਾਵੇ ਨਾ ਤੇ ਉੱਥੇ ਕਦਰ ਕੀਤੀ ਜਾ ਰਹੀ ਆ, ਹਰ ਇੱਕ ਬੰਦੇ ਦੀ ਕਦਰ ਕੀਤੀ ਜਿਹੜਾ ਕੋਈ ਉੱਥੇ ਕਿਸੇ ਦੇ ਨਾਲ ਵਧੀਆ ਵਿਵਹਾਰ ਕਰਦਾ, ਕੋਈ ਆਪਣੀਆਂ ਵਧੀਆ ਸੇਵਾਵਾਂ ਨਿਭਾ ਰਿਹਾ।
ਅੱਜ ਸਿੱਖ ਹਰ ਵਰਲਡ ਦੇ ਕੋਨੇ ਦੇ ਵਿੱਚ ਇੱਕ ਚੰਗੇ ਉੱਚੇ ਕਿਰਦਾਰ ਦੇ ਨਾਲ ਜਾਣੇ ਜਾਂਦੇ ਨੇ। ਇਹ ਜ਼ਰੂਰੀ ਨਹੀਂ ਕਿ ਸਾਰੇ ਸਹੀ ਹੋਣ, ਗਲਤ ਹੁੰਦੇ ਨੇ, ਸਾਡੇ 'ਚ ਵੀ ਗਲਤ ਹੈ, ਕਾਫੀ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਨੁਕਸਾਨ ਹੋ ਰਿਹਾ। ਇਸ ਮੁਲਕ ਦੀ ਵਿਚਾਰਧਾਰਾ ਤੁਹਾਨੂੰ ਪਤਾ ਹੈ ਵੀ ਇਹ ਆਂਦੇ ਵੀ ਸਾਡਾ ਹਿੰਦੂ ਏਜੰਡਾ 2022 ਤੱਕ ਕਲੀਅਰ ਹੋਣਾ ਚਾਹੀਦਾ, ਇਹਨੂੰ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਯਾਨੀ ਕਿ ਇਸ ਜਿਹੜਾ ਇਹਦਾ ਸੰਵਿਧਾਨ ਦੇ ਅਨੁਸਾਰ ਇਸ ਨੂੰ ਇੱਕ ਧਰਮ ਨਿਰਪੱਖ ਦੇਸ਼ ਮੰਨਿਆ ਗਿਆ। ਇਹਦਾ ਕੋਈ ਧਰਮ ਨਹੀਂ ਹੈਗਾ ਇਸ ਮੁਲਕ ਦਾ। ਇੱਥੋਂ ਤੱਕ ਕਿ ਇਸ ਮੁਲਕ ਦੀ ਕੋਈ ਭਾਸ਼ਾ ਵੀ ਨਹੀਂ ਗੀ, ਸੰਵਿਧਾਨ ਦੇ ਵਿੱਚ ਕੋਈ ਭਾਸ਼ਾ ਦਾ ਪ੍ਰੋਵੀਜ਼ਨ ਨਹੀਂ ਹੈਗਾ। ਜਿਹੜੀ ਸਟੇਟ ਦੀ ਜੋ ਲੈਂਗੁਏਜ ਹੈ ਉਸੇ ਹਿਸਾਬ ਨਾਲ ਕੰਮ ਚੱਲਦਾ। ਜਿਹੜੀ ਸਭ ਤੋਂ ਵੱਧ ਇੰਗਲਿਸ਼ ਦੀ ਵਰਤੋਂ ਕੀਤੀ ਜਾਂਦੀ, ਚਾਹੇ ਉਹ ਪਾਰਲੀਮੈਂਟ ਹਾਊਸ ਹੈ, ਚਾਹੇ ਰਾਜ ਸਭਾ, ਚਾਹੇ ਸੁਪਰੀਮ ਕੋਰਟ ਹੈ, ਹਰ ਆਰਡਰ ਇਹਨਾਂ ਦਾ ਇੰਗਲਿਸ਼ 'ਚ ਆ ਰਿਹਾ। ਤੇ ਰਾਸ਼ਟਰ ਭਾਸ਼ਾ ਇਸ ਮੁਲਕ ਦੀ ਕੋਈ ਨਹੀਂ ਹੈਗੀ। ਇਹ ਇਹਦੀ ਖਾਸੀਅਤ ਆ, ਇਹਦੀ ਡਾਇਵਰਸਿਟੀ ਇਸ ਦੀ ਅਨੇਕ ਵਿੱਚ ਏਕਤਾ ਜਿਹਨੂੰ ਕਹਿੰਦੇ ਆ। ਪਰ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਵੀਰ ਜੀ ਨੇ ਵੀ ਕਿਹਾ ਵਾ, ਇਹ ਸਾਨੂੰ ਨੁਕਸਾਨ ਹੋ ਰਿਹਾ। ਨੁਕਸਾਨ ਇਹ ਹੋ ਰਿਹਾ ਕਿ ਜੋ ਲੋਕ ਆਵਾਜ਼ ਚੁੱਕਦੇ ਨੇ ਉਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ। ਬਾਹਰਲੇ ਮੁਲਕਾਂ 'ਚ ਇਸ ਤਰ੍ਹਾਂ ਨਹੀਂ ਹੈਗਾ। ਅਗਰ ਉੱਥੇ ਕਿਸੇ ਨਾਲ ਗਲਤ ਕੰਮ ਹੋ ਰਿਹਾ, ਅਗਰ ਉੱਥੋਂ ਦੇ ਬਸ਼ਿੰਦੇ ਨੇ ਕਿਸੇ ਬਾਹਰ ਦੇ ਨਾਲ ਗਲਤ ਕੰਮ ਕੀਤਾ ਤੇ ਉਹਨੂੰ ਜੋ ਸਜ਼ਾ ਬਾਹਰਲੇ ਨੂੰ ਮਿਲਣੀ ਸੀ ਉਸੇ ਦਿਨ ਮਿਲ ਰਹੀ ਹੈ। ਉੱਥੇ ਸਾਡੀਆਂ ਆਵਾਜ਼ਾਂ ਨੂੰ ਸੁਣਿਆ ਜਾ ਰਿਹਾ, ਸਾਡੇ ਹੱਕਾਂ ਦੀ ਮਾਨਤਾ ਹੋ ਰਹੀ ਆ। ਐਵੇਂ ਨਹੀਂ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਲੀਡਰਾਂ ਨੇ ਸਿੱਖਾਂ ਦਾ ਮਾਨ ਦੇ ਨਾਲ ਕਿਹਾ ਸੀ ਇਹੋ ਜਿਹੇ ਸਿੱਖਾਂ ਦੇ ਗੁਰਦੁਆਰੇ ਪੂਰੇ ਵਰਲਡ 'ਚ ਹੋਣੇ ਚਾਹੀਦੇ ਤੇ ਸਿੱਖ ਪੂਰੇ ਵਰਲਡ 'ਚ ਹੋਣੇ ਚਾਹੀਦੇ ਨੇ। ਇਹ ਬਿਆਨ ਆਏ ਨੇ, ਪਰ ਸਾਡੇ ਪ੍ਰਧਾਨ ਮੰਤਰੀ ਦਾ ਸਾਡੇ ਪ੍ਰਤੀ ਕੋਈ ਬਿਆਨ ਨਹੀਂ ਆਇਆ। ਇੱਥੋਂ ਤੱਕ ਕਿ ਵੀਰ ਜੀ ਨੇ ਡੇਰਾਵਾਦ ਦੀ ਗੱਲ ਕੀਤੀ ਸੀ, ਮੈਂ ਖੁਦ ਉਸ ਡੇਰਿਆਂ ਦੇ ਵਿੱਚੋਂ ਹੋ ਕੇ ਆਇਆ ਤੇ ਐਸਜੀਪੀਸੀ ਦੇ ਉੱਤੇ ਦਬਾਅ ਬਣਾਇਆ। ਇਹਨਾਂ ਵੱਲੋਂ ਤੀਜੇ ਦਿਨ ਯਾਨੀ ਕਿ 48 ਘੰਟੇ ਬਾਅਦ ਐਸਜੀਪੀਸੀ ਦਾ ਜਵਾਬ ਸੀ ਵੀ ਸਾਨੂੰ ਇਸ ਮੁੱਦੇ ਦੀ ਜਾਣਕਾਰੀ ਨਹੀਂ ਹੈਗੀ। ਮੇਰੇ ਕੋਲ ਔਨ ਰਿਕਾਰਡ ਪਿਆ, ਮੈਂ ਉਸ ਦਿਨ ਵੀ ਗੱਲ ਕੀਤੀ ਸੀ। ਗੱਲ ਇਹ ਆ ਵੀ ਸਾਡੇ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਵੀ ਸਾਡੀਆਂ ਸਰਾਵਾਂ ਪਈਆਂ ਨੇ, ਐਸਜੀਪੀਸੀ ਪ੍ਰਧਾਨ ਨੇ ਕਿਹਾ ਸਾਡੀਆਂ ਸਰਾਵਾਂ ਪਈਆਂ ਨੇ ਤੇ ਤੁਸੀਂ ਇਹਨਾਂ ਨੂੰ ਵਰਤੋ। ਗੱਲ ਇਹਦੇ ਨਾਲ ਕਹਿਣਾ ਅਸੀਂ ਛੁੱਟ ਨਹੀਂ ਜਾਣਾ। ਇਹਨਾਂ ਦਾ ਫਰਜ਼ ਬਣਦਾ ਸੀ ਵੀ ਪੰਜਾਬ ਦੇ ਐਂਟਰੀ ਪੁਆਇੰਟ ਤੇ ਜਾ ਕੇ ਸੰਗਤ ਦੀ ਆਪ ਰਹਿਨੁਮਾਈ ਕਰਕੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਜੋ ਐਸਜੀਪੀਸੀ ਮੈਂਬਰ ਨੇ ਹਲਕਿਆਂ ਦੇ, ਉਹ ਆਪੋ ਆਪਣੀ ਸੰਗਤ ਨੂੰ ਲੈ ਕੇ ਆਪਣੇ ਨੇੜਲੇ ਗੁਰਦੁਆਰਿਆਂ ਦੇ ਵਿੱਚ ਜਾਂਦੇ ਤੇ ਸੰਗਤ ਦਾ ਆਦਰ ਸਤਿਕਾਰ ਕਰਦੇ, ਉਹਨਾਂ ਦੀ ਸੇਵਾ ਪਾਣੀ ਕਰਦੇ। ਇਹ ਮਨੁੱਖੀ ਅਧਿਕਾਰਾਂ ਦਾ ਘਾਣ ਕੱਲਾ ਇੱਥੇ ਨਹੀਂ ਹੋ ਰਿਹਾ, ਕਿਸੇ ਦੇ ਧਰਮ ਦੀ ਜੋ ਭਾਵਨਾਵਾਂ ਵਾ, ਵਿਚਾਰਧਾਰਾ, ਉਹਨੂੰ ਜਬਰੀ ਦੱਬਣਾ ਵੀ ਇੱਥੇ ਨੁਕਸਾਨ ਹੋ ਰਿਹਾ। ਜੀ ਪੰਡਿਤ ਰਾਓ ਜੀ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਹੋਏਗਾ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਹੈ, ਸਿਰਫ ਗਿਣਤੀ ਦੇ 1 ਮਿੰਟ ਹੈ। ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਕਿਉਂ ਲੱਗਦਾ ਹੈ ਕਿ ਸਿੱਖਾਂ ਦੇ ਨਾਲ ਪੱਖਪਾਤ ਹੋ ਰਿਹਾ ਹੈ ਤੇ ਮੈਨੂੰ ਸਿੱਖਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ, ਕਿਉਂ ਲੱਗ ਰਿਹਾ ਜੀ? ਕਿਉਂਕਿ ਦਸਤਾਰ ਨੂੰ, ਸਿੱਖ ਦੇ ਭਾਵਨਾ ਨੂੰ ਸਤਿਕਾਰ ਕਰਨ ਦੀ ਤਰੀਕਾ ਪੁਲਿਸ ਹੀ ਜੇਕਰ ਭੁੱਲ ਜਾਣਗੇ ਤੇ ਆਮ ਲੋਕ ਤਾਂ ਹੋਰ ਗਲਤ ਤਰੀਕਾ ਪਾ ਸਕਦੇ ਨੇ। ਮੈਨੂੰ ਲੱਗਦਾ ਹੈ ਪੁਲਿਸ ਕਿਸੇ ਨੂੰ ਪਨਿਸ਼ਮੈਂਟ ਲਈ ਨਹੀਂ ਹੈ, ਸਗੋਂ ਸੁਧਾਰਨ ਲਈ ਹੁੰਦੀ ਹੈ ਪੁਲਿਸ। ਪਰ ਪੁਲਿਸ ਦੇ ਹੱਥ ਦੇ ਵਿੱਚ ਜੇਕਰ ਗੁਰੂ ਸਿੱਖ ਦੀ ਮਰਿਆਦਾ ਦੀ ਜਾਂ ਪਗੜੀ ਦੀ ਬੇਕਦਰੀ ਹੋ ਜਾਂਦੀ ਹੈ, ਮੈਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਇਹ ਖਤਰਨਾਕ ਹੈ। ਇਹ ਡੈਮੋਕ੍ਰੈਟਿਕ ਕੰਟਰੀ, ਭਾਈ ਸਾਹਿਬ ਗੁਰਪਾਲ ਸਿੰਘ ਸਾਹਿਬ ਨਾਲ ਮੈਂ ਸਹਿਮਤ ਹਾਂ। ਇਹ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇਹੋ ਜਿਹਾ ਨਹੀਂ ਹੋ ਸਕਦਾ ਹੈ। ਇਸ ਲਈ ਮੈਂ ਘੱਟ ਗਿਣਤੀ ਨੂੰ ਖਤ ਲਿਖ ਕੇ ਮੰਗ ਕੀਤੀ ਹੈ ਕਿ ਪੂਰਾ ਪੰਜਾਬ ਲਈ, ਨਾ ਸਿਰਫ ਪਟਿਆਲਾ ਲਈ, ਪੂਰਾ ਪੰਜਾਬ ਦੇ ਜਿੰਨੇ ਵੀ ਘੱਟ ਗਿਣਤੀ ਲੋਕ ਨੇ ਉਹਨਾਂ ਦਾ ਸਤਿਕਾਰ ਸਨਮਾਨ ਕੀਤਾ ਜਾਵੇ। ਨੋਟਿਸ ਕੱਢਿਆ ਜਾਵੇਗਾ ਮਾਈਨੋਰਿਟੀ ਕਮਿਸ਼ਨ ਵੱਲੋਂ ਤੇ ਘੱਟ ਗਿਣਤੀ ਲੋਕਾਂ ਦੀ ਸਨਮਾਨ ਸਤਿਕਾਰ ਹੋਏਗੀ। ਜੀ ਬਿਲਕੁਲ। ਸੋ ਮੈਂ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਹੋ ਤੇ ਅਸੀਂ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਜਿਹੜੇ ਆਪਣੇ ਵਿਚਾਰ ਆ ਉਹ ਅੱਗੇ ਰੱਖ ਰਹੇ ਹੋ। ਪੰਡਿਤ ਰਾਓ ਦਾ ਜੋ ਸਿੱਖਾਂ ਵੱਲੋਂ ਇਸ ਸਮੇਂ ਬਹੁਤ ਜ਼ਿਆਦਾ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਉਹ ਮਸਲਾ ਚੱਕ ਰਹੇ ਨੇ। ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੱਸਾਂਗੇ ਕਿ ਇਹ ਪੰਡਿਤ ਰਾਓ ਜੀ ਨੇ ਘੱਟ ਗਿਣਤੀ ਕਮਿਸ਼ਨ ਨੂੰ ਚਿੱਠੀ ਪੱਤਰ ਲਿਖਿਆ ਹੈ ਉਹਨਾਂ ਨਿਹੰਗਾਂ ਦੇ ਲਈ ਜਿਨ੍ਹਾਂ ਨੂੰ ਬਿਨਾਂ ਸਿਰ ਢਕੇ ਜੋ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਸੋ ਗੁਰਪਾਲ ਜੀ, ਕਮਲ ਜੀ ਐਂਡ ਪੰਡਿਤ ਜੀ, ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸ਼ੁਕਰੀਆ।